21ਵੀਂ ਸਦੀ ਦਾ ਪੰਜਾਬ ਜਿਹੜਾ ਹੈ ਬੜੀ ਮੁਸ਼ਕਲਾਂ ਦੇ ਦੌਰ ਚੋਂ ਨਿਕਲ ਰਿਹਾ ਹੈ। ਇੱਕ ਸਿੱਖ ਲੀਡਰਸ਼ਿਪ ਨੂੰ ਬੜੀ ਵੱਡੀ ਚੁਣੌਤੀ ਹੈ ਜੋ ਵਿਦੇਸ਼ 'ਚ ਬੈਠੇ ਜਿਹੜੇ ਕੁਝ ਜਥੇਬੰਦੀਆਂ ਨੇ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਉਣ ਦੀਆਂ ਗੱਲਾਂ ਕਰ ਰਹੀਆਂ। ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ 100 ਸਾਲ ਦਾ ਇਤਿਹਾਸ ਹੈ ਉੱਤੇ ਵੀ ਗੱਲ ਕਰਾਂਗੇ ਅੱਜ, ਔਰ ਖਾਸ ਤੌਰ ਤੇ ਜਿਹੜਾ ਅਕਾਲੀ ਦਲ ਦੇ ਪਤਨ ਦੀ ਵਜ੍ਹਾ ਕੀ ਹੈ ਇਸ ਬਾਰੇ ਗੱਲ ਕਰਨਾ ਮੇਰੇ ਨਾਲ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਜੀ। ਭਾਈ ਰਣਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਸਿੱਖਸ ਫॉर ਜਸਟਿਸ ਇੱਕ ਸੰਸਥਾ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ 2 ਸਾਲ ਤੋਂ ਉਹ ਲਗਾਤਾਰ ਇੱਕ ਕੈਂਪੇਨ ਚਲਾ ਰਿਹਾ ਔਰ ਉਹ ਇੱਕ ਪ੍ਰੋਪੇਗੈਂਡਾ ਇਹੋ ਜਿਹਾ ਹੋ ਰਿਹਾ ਕਿ ਪੰਜਾਬ ਦੇ ਵਿੱਚ ਸਿੱਖਾਂ ਨਾਲ ਬੜਾ ਧੱਕਾ ਹੋ ਰਿਹਾ ਤੇ ਇੱਕ ਸਿੱਖ ਸਟੇਟ ਵੱਖਰੀ ਮੰਗ ਕੀਤੀ ਜਾ ਰਹੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ? ਤੁਸੀਂ ਔਰ ਮੈਂ ਦੋਨੋਂ ਪੰਜਾਬ 'ਚ ਰਹਿੰਦੇ ਹਾਂ, ਤੁਹਾਨੂੰ ਕਿਸੇ ਮੌਕੇ ਤੇ ਲੱਗਦਾ ਹੈ ਕਿ ਪ੍ਰੋਬਲਮਸ ਹੈਗੀਆਂ ਇੱਥੇ ਕੋਈ? ਅਸਲ 'ਚ ਜਿਹੜਾ ਅੱਜ ਪ੍ਰੋਪੇਗੈਂਡਾ ਸਾਨੂੰ ਲੱਗ ਰਿਹਾ ਨਾ, ਉਹ ਇਸ ਕਰਕੇ ਲੱਗ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਕੋਈ ਏਜੰਡਾ ਨਹੀਂ, ਸਾਡੀ ਕੋਈ ਲੀਡਰਸ਼ਿਪ ਨਹੀਂ, ਸਾਡਾ ਕੋਈ ਪ੍ਰੋਗਰਾਮ ਨਹੀਂ। ਅਸੀਂ ਲਵਾਰਸ ਜੇ ਹੋਏ ਪਏ। ਤੇ ਜਦੋਂ ਲਵਾਰਸ ਜੇ ਅਸੀਂ ਹੋਏ ਪਏ ਆ, ਸਾਨੂੰ ਕੋਈ ਜਿਹੜੀ ਇੱਕ ਥਿੰਕ ਟੈਂਕ ਹੁੰਦਾ ਹੈ ਕੌਮ ਦਾ, ਕੋਈ ਉਹ ਜਾਣਕਾਰੀ ਦਿੰਦਾ ਹੈ, ਉਹ ਕੋਈ ਰਾਹ ਦਿਖਾਉਂਦਾ ਹੈ। ਜਦੋਂ ਉਸ ਰਾਹ ਨੂੰ ਹਰੇਕ ਨਾਗਰਿਕ ਦੇਖ ਲੈਂਦਾ, ਹਰੇਕ ਸਿਟੀਜ਼ਨ ਦੇਖ ਲੈਂਦਾ, ਤਾਂ ਉਹ ਫਿਰ ਉਹ 'ਤੇ ਚੱਲਣ ਲਈ ਮਨ ਬਣਾਉਂਦਾ ਆਪਣਾ। ਤਾਂ ਸਾਡੀ ਲੀਡਰਸ਼ਿਪ ਜਿਹੜੀ ਆ, ਇਹਨਾਂ ਦਾ ਏਜੰਡਾ ਇੱਕੋ ਇੱਕ ਸੀ ਕਿ ਅਸੀਂ ਰਾਜ ਕਰਨਾ ਤੇ ਕਿਵੇਂ ਕਰੀਏ। ਉਹਨਾਂ ਨੇ ਅਕਾਲ ਤਖਤ ਦਾ ਮਿਸਯੂਜ਼ ਕੀਤਾ। ਅਕਾਲ ਤਖਤ ਦਾ ਮਿਸਯੂਜ਼ ਜਦੋਂ ਕੀਤਾ, ਧਾਰਮਿਕ ਭਾਵਨਾਵਾਂ ਵੀ ਭੜਕੀਆਂ। ਉਦੋਂ ਸਾਡਾ ਲਾਮਿਸਾਲ ਨੁਕਸਾਨ ਹੋਇਆ। ਜਿਹੜੀ ਮੇਨ ਸਾਡੀ ਥਾਂ ਆ ਜਾਂ ਸਾਡਾ ਹੈੱਡਕੁਆਟਰ ਆ ਜਾਂ ਸਾਡੀ ਕੌਮ ਦੀ ਧਰੋਹਰ ਆ, ਉਹ ਖਾਮੋਸ਼ ਆ। ਉਹ ਇੱਕ ਵਿਅਕਤੀ ਦੇ ਚੁੰਗਲ 'ਚੋਂ ਨਿਕਲ ਨਹੀਂ ਪਾ ਰਹੀ। ਤੋ ਸਿੱਖ ਜਿਹੜੇ ਨੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਕਿ ਉਹਨੂੰ ਚੇਂਜ ਕਰ ਪਾਉਣ, ਉਹਨੂੰ ਮਨਮਾਨੀਆਂ ਨਾ ਕਰਨ ਦੇਣ, ਕਿਉਂਕਿ ਇੱਕ ਸਿਸਟਮ ਆ ਜਿਹੜਾ ਪ੍ਰਬੰਧਕ ਕਮੇਟੀ ਦਾ ਸਿਸਟਮ ਆ, ਉਹਦਾ ਜ਼ਿਆਦਾਤਰ ਦਾਰੋਮਦਾਰ ਸੈਂਟਰ ਸਰਕਾਰ ਤੇ ਆ। ਤੋ ਸੈਂਟਰ ਸਰਕਾਰ ਆਪਣੇ ਬੰਦੇ ਨੂੰ ਅੱਗੇ ਲਿਆਉਣ ਲਈ ਉਹਨੂੰ ਸਪੋਰਟ ਕਰ ਰਹੀ ਆ, ਸਿੱਖ ਉਹਨੂੰ ਚਾਹ ਨਹੀਂ ਰਹੇ। ਆਪਾਂ ਪਹਿਲਾਂ ਸਿੱਖਸ ਫॉर ਜਸਟਿਸ ਦੀ ਗੱਲ ਕਰਦੇ ਹਾਂ ਕਿ ਆਟੋਮੇਟਿਡ ਰਿਕਾਰਡਡ ਕਾਲਸ ਆ ਰਹੀਆਂ ਔਰ ਖਾਸ ਤੌਰ ਤੇ ਲੋਕਡਾਊਨ ਦੇ ਜਿਹੜੇ 3-4 ਮਹੀਨੇ ਸੀ ਉਹ 'ਚ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਕਾਲ ਆ ਰਹੀ ਸੀ। ਹੁਣ ਹਰਿਆਣਾ ਨੂੰ ਵੀ ਸ਼ੁਰੂ ਹੋ ਗਈ ਔਰ ਇੱਕ ਜ਼ਹਿਰ ਭਰਿਆ ਜਾ ਰਿਹਾ, ਬਾਰ-ਬਾਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਬੜਾ ਧੱਕਾ ਹੋ ਰਿਹਾ ਸਿੱਖਾਂ ਨਾਲ, ਆਓ ਇਕੱਠੇ ਹੋ ਜਾਈਏ। ਤਾਂ ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੁਸੀਂ ਇਹਨਾਂ ਇਤਫਾਕ ਰੱਖਦੇ ਹੋ ਕਿ ਧੱਕਾ ਤੁਸੀਂ ਮਹਿਸੂਸ ਕਰ ਰਹੇ ਹੋ? ਦੇਖੋ, ਅਜੇ ਤੱਕ ਮੈਨੂੰ ਨਾ ਤੇ ਕੋਈ ਕਾਲ ਆਈ ਆ ਤੇ ਨਾ ਹੀ ਮੈਂ ਮਹਿਸੂਸ ਕੀਤਾ। ਮੈਨੂੰ ਲੱਗਦਾ ਹੈ ਕਿ ਜਿਹੜੀ ਪ੍ਰੈਸ ਦੇ ਵਿੱਚ ਵਾਵ ਰੋਲਾ ਵੀ ਜ਼ਿਆਦਾ ਹੈ, ਕੁਝ ਜ਼ਰੂਰਤ ਤੋਂ ਜ਼ਿਆਦਾ। ਕਿ ਜਿਹੜਾ ਸਿੱਖਸ ਫॉर ਜਸਟਿਸ ਹੈ ਉਹ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਕਾਲ ਕਰਦਾ। ਮੈਨੂੰ ਵੀ ਅਕਸਰ ਹਰ ਰੋਜ਼ ਕਾਲ ਆਉਂਦੀ ਹੈ ਔਰ ਖਾਸ ਤੌਰ ਤੇ ਇਤਰਾਜ਼ ਮੈਨੂੰ ਇਸ ਗੱਲ ਦਾ ਕਿ ਜਿਹੜੇ ਚਾਈਨਾ ਨੇ ਧੋਖੇ ਨਾਲ ਸਾਡੇ ਜਵਾਨ ਸ਼ਹੀਦ 20 ਜਵਾਨ ਸਾਡੇ ਸ਼ਹੀਦ ਹੋਏ, 5 ਉਹਨਾਂ 'ਚੋਂ ਪੰਜਾਬੀ ਸੀ ਜਿਹੜੇ 20-21 ਸਾਲ ਦੇ ਵੀ ਵਿੱਚ ਬੱਚੇ ਸੀਗੇ। ਉਹਨਾਂ ਚਾਈਨੀਜ਼ ਨਾਲ ਮਿਲ ਕੇ ਉਹ ਕਹਿੰਦਾ ਜੀ ਸਿੱਖ ਨੂੰ ਸਪੋਰਟ ਕਰੋ, ਅਸੀਂ ਵੱਖਰਾ ਹੋਮਲੈਂਡ ਲੈਣਾ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਮੈਂ ਇਹਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ। ਜਿੱਥੋਂ ਤੱਕ ਚਾਈਨਾ ਦੇ ਨਾਲ ਜਿਹੜੀ ਭਿੜੰਤ ਹੋਈ ਆ, ਉਹਦੇ ਵਿੱਚ ਸਾਡੇ ਪੰਜਾਬ ਦੇ ਬੱਚੇ ਮਾਰੇ ਗਏ ਨੇ, ਦੂਸਰੇ ਹੋਰ ਵੀ ਸ਼ਹੀਦ ਹੋਏ ਨੇ। ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ। ਅਸੀਂ ਇਹ ਮੌਕਾ ਨਹੀਂ ਹੈਗਾ ਇਹ ਦੱਸਣ ਦਾ ਜਾਂ ਸਾਡੇ ਕੀ ਆਪਸ ਦੀ ਤਾਲੁਕਾਤ ਨੇ ਸਰਕਾਰ ਨਾਲ ਜਾਂ ਕਿਸੇ ਨਾਲ। ਤੋ ਗੁਰਪਤਵੰਤ ਸਿੰਘ ਪੰਨੂ ਦੀਆਂ ਆਪਣੀਆਂ ਸਹੂਲਤਾਂ ਨੇ, ਸਾਡੀਆਂ ਆਪਣੀਆਂ ਮੁਸ਼ਕਲਾਂ ਨੇ। ਉਹ ਅਸੀਂ ਕਿਸੇ ਵੀ ਏਜੰਡੇ ਤੇ ਖੁੱਲ੍ਹ ਕੇ ਉਦੋਂ ਬੋਲਾਂਗੇ ਜਦੋਂ ਸਾਡੀ ਕਿਸੇ ਥਿੰਕ ਟੈਂਕ ਨੇ, ਸਾਡੇ ਬੁੱਧੀਜੀਵੀਆਂ ਨੇ, ਸਾਡੀ ਮੇਨ ਲੀਡਰਸ਼ਿਪ ਨੇ ਕੋਈ ਸਟੱਡੀ ਤੋਂ ਬਾਅਦ, ਅਭਿਆਸ ਤੋਂ ਬਾਅਦ ਸਾਨੂੰ ਇੱਕ ਏਜੰਡਾ ਦਿੱਤਾ ਹੋਊਗਾ, ਤਾਂ ਉਹਦੇ ਤੇ ਅਸੀਂ ਖੁੱਲ੍ਹ ਕੇ ਬੋਲ ਸਕਦੇ ਹਾਂ। ਅੱਜ ਮੈਂ ਕਿਸੇ ਵੀ ਜਿਹੜੀਆਂ ਮੂਵਮੈਂਟ ਚੱਲੀਆਂ ਨੇ, ਬਰਗਾੜੀ ਕਹਿ ਲਓ, ਇੱਕ ਸਰਬੱਤ ਖਾਲਸਾ ਕਹਿ ਲਓ, ਇੱਕ ਇੱਥੇ ਇੱਕ ਸਿੱਖ ਨੇ ਭੁੱਖ ਹੜਤਾਲ ਕੀਤੀ, ਇੱਕ ਨੇ ਅਜੇ ਵੀ ਰੱਖੀ ਹੋਈ ਹੈ 12 ਸਾਲ ਤੋਂ। ਤੋ ਇਹ ਜਿਹੜੀਆਂ ਮੂਵਮੈਂਟ ਨੇ, ਇਹਨਾਂ ਦੇ ਇਸੇ ਕਰਕੇ ਫੇਲ ਹੋਣ ਦੇ ਜਿਹੜੇ ਸਿੱਟੇ ਨੇ ਸਾਡੇ ਸਾਹਮਣੇ ਨੇ, ਕਿਉਂਕਿ ਪੈਰ ਨਹੀਂ ਹੈਗੇ, ਕਿਉਂਕਿ ਸਾਰੀ ਕੌਮ ਜਿਹੜੀ ਆ ਉਹਦੇ ਨਾਲ ਤਿਆਰ ਨਹੀਂ ਹੋ ਪਾ ਰਹੀ। ਤੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨੀ ਦੇਰ ਤੱਕ ਸਾਡੀ ਪੰਜਾਬ ਦੀ ਲੀਡਰਸ਼ਿਪ ਦਮ ਨਹੀਂ ਫੜਦੀ ਸਿੱਖਾਂ ਦੀ ਗੱਲ ਕਰਨ ਲਈ, ਆਪਾ ਨਹੀਂ ਵਾਰਦੀ, ਉਹ ਉਨੀ ਦੇਰ ਤੱਕ ਸਾਨੂੰ ਇਹ ਪ੍ਰੋਬਲਮਾਂ ਜਿਹੜੀਆਂ ਦਿਖਦੀਆਂ ਰਹਿਣਗੀਆਂ। ਤੇ ਸੈਂਟਰ ਸਰਕਾਰ ਗੰਭੀਰਤਾ ਨਾਲ ਅੱਜ ਮੈਂ ਮਹਿਸੂਸ ਕਰਦਾ ਕਿ ਅਸੀਂ ਮੁਸਲਮਾਨਾਂ ਦੇ ਨਾਲ ਘੁਲ ਮਿਲ ਨਹੀਂ ਪਾਏ, ਪਾਕਿਸਤਾਨ ਦੇ ਨਾਲ।
ਜਿਨ੍ਹਾਂ ਤੇ ਯਕੀਨ ਕੀਤਾ ਉਹ ਸਾਡੇ ਤੇ ਅੱਜ ਸ਼ੱਕ ਕਰਦੇ ਨੇ। ਸਿੱਖ ਬਾਰਡਰ ਤੇ ਗੋਲੀ ਖਾ ਕੇ ਜਦੋਂ ਮਰਦਾ ਉਦੋਂ ਵੀ ਸਾਨੂੰ ਲੱਗਦਾ ਕਿ ਸਾਡੇ ਤੇ ਸ਼ੱਕ ਕਰ ਰਹੇ ਨੇ ਹਾਲੇ। ਲੇਕਿਨ ਗੁਰਪਤਵੰਤ ਪੰਨੂ ਵਰਗੇ ਜਿਹੜੇ ਲੋਕ ਨੇ ਲਗਾਤਾਰ ਹੁਣ ਨਵੀਂ ਇੱਕ ਉਹਨੇ ਪ੍ਰਥਾ ਚਲਾਈ ਹੈ, ਕਾਲ ਕਰ ਰਿਹਾ ਹੈ ਫੌਜੀਆਂ ਨੂੰ, ਜਿਹੜੇ ਸਿੱਖ ਫੌਜੀ ਹੈ, ਵੀ ਤੁਸੀਂ ਫੌਜ ਛੱਡ ਕੇ ਆ ਜਾਓ, ਪੰਜਾਬ ਲਈ ਲੜੋ, ਮੈਂ ਤੁਹਾਨੂੰ ਸੈਲਰੀ ਦੇਵਾਂਗਾ ਔਰ 5000 ਵੱਧ ਕਰਕੇ ਦੇਵਾਂਗਾ। ਮਤਲਬ ਖਰੀਦਣ ਦੀ ਕੋਸ਼ਿਸ਼ ਕਰ ਰਿਹਾ। ਕਿਵੇਂ ਲੱਗਦਾ ਤੁਹਾਨੂੰ? ਇਹ ਮੈਂ ਇਹਨੂੰ ਜਸਟੀਫਾਈ ਨਹੀਂ ਕਰ ਸਕਦਾ, ਕਿਉਂਕਿ ਮੈਂ ਅੱਗੇ ਦੇਖ ਰਿਹਾ ਕਿ ਸਾਡੇ ਸਿੱਖ ਫੌਜੀ ਜਿਹੜੇ ਬੜਾ ਨੁਕਸਾਨ ਉਠਾਇਆ ਉਹਨਾਂ ਨੇ। ਪ੍ਰਕਾਸ਼ ਸਿੰਘ ਬਾਦਲ ਨੇ BBC ਲੰਡਨ ਨੂੰ ਇੱਕ ਇੰਟਰਵਿਊ ਦਿੱਤੀ ਸੀ ਕਿ ਉਹ 'ਚ ਕਿਹਾ ਸੀ ਸਾਡੀ ਇਬਾਦਤਗਾਹ ਤੇ ਹਮਲਾ ਹੋ ਗਿਆ, ਤੁਸੀਂ ਬੈਰਕਾਂ ਛੱਡ ਕੇ ਆ ਜਾਓ। ਤੋ ਉਹ ਜਦੋਂ ਬੈਰਕਾਂ ਛੱਡ ਕੇ ਆਏ ਤੇ ਪੂਨਾ ਸੈਕਟਰ 'ਚੋਂ ਜਦੋਂ ਉਹ ਭੱਜੇ ਨੇ ਤੇ ਉਹਨਾਂ ਨੂੰ ਖੰਡਾਲਾ ਘਾਟ ਤੇ 45 ਸਿੱਖ ਮਾਰੇ ਗੋਲੀ ਨਾਲ। ਦੂਸਰਿਆਂ ਲਈ ਲਿਖ ਦਿੱਤਾ ਕਿ ਜਾਂ ਆਪਣੇ ਘਰਾਂ 'ਚ ਪਹੁੰਚ ਗਏ ਹੋਣਗੇ ਜਾਂ ਜ਼ਖਮੀ ਹੋ ਕੇ ਮਰ ਗਏ ਹੋਣਗੇ ਜਾਂ ਲਾਪਤਾ। ਜਿਹੜੇ ਫੜੇ ਗਏ ਉਹਨਾਂ ਦੇ ਕੋਰਟ ਮਾਰਸ਼ਲ ਹੋਏ, ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ। ਹਾਲਾਂਕਿ ਜਿਨਨੇ ਇਹ ਅਪੀਲ ਕੀਤੀ ਉਹ 15 ਸਾਲ ਲਗਾਤਾਰ CM ਰਿਹਾ ਪੰਜਾਬ ਦਾ। ਉਹਦੀਆਂ ਅੱਖਾਂ ਸਾਹਮਣੇ ਉਹਦੀ ਸਟੇਟ ਦੇ ਵਿੱਚ ਉਹ ਫੌਜੀ ਰਿਕਸ਼ਾ ਚਲਾਉਂਦੇ ਰਹੇ, ਅੱਜ ਵੀ ਉਹਦੀ ਮਾਰ ਹੇਠ ਨੇ। ਤੋ ਅਸੀਂ ਉਹਨਾਂ ਦਾ ਜਿਹੜਾ ਇੰਨਾ ਵੱਡਾ ਨੁਕਸਾਨ ਕਰਕੇ ਉਹਨਾਂ ਦੀ ਬਾਹ ਨਹੀਂ ਫੜੀ। ਅਗਾਂਹ ਮੈਂ ਤੇ ਇਹ ਗਰੰਟੀ ਨਹੀਂ ਲੈ ਸਕਦਾ। ਮੈਂ ਤੇ ਇਸ ਫੀਲਡ ਦੇ ਵਿੱਚ ਬਹੁਤ ਮੈਂ ਦੇਖਿਆ, ਬਹੁਤ ਕੁਝ। ਮੈਂ 80 ਤੋਂ ਇਸ ਫੀਲਡ ਦੇ ਵਿੱਚ ਹਾਂ। ਤੋ ਮੈਂ ਮਹਿਸੂਸ ਕਰਦਾ ਕਿ ਸਾਡੀ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਆ, ਸੈਂਟਰ ਸਰਕਾਰ ਨੂੰ ਚਾਹੀਦਾ ਪੱਖਪਾਤ ਨਾ ਕਰੇ, ਉਹ ਇੰਡੀਪੈਂਡੈਂਟਲੀ ਸਿੱਖਾਂ ਦੀ ਲੀਡਰਸ਼ਿਪ ਨਿਕਲ ਦੇਵੇ। ਅੱਛਾ, 50 ਤੁਸੀਂ ਫੌਜੀਆਂ ਦੀ ਆਪਾਂ ਗੱਲ ਕੀਤੀ, ਕਰੀਬ 50 ਲੱਖ ਜਿਹੜੇ NRIs 20 ਕੰਟਰੀਆਂ 'ਚ ਆਪਣੇ ਹੈਗੇ ਆ ਤੇ ਉਹ 4 ਤਰੀਕ ਦਾ ਰੈਫਰੈਂਡਮ ਜਿਹੜਾ ਉਹ VOTING ਸ਼ੁਰੂ ਕਰਨ ਵਾਲੇ ਆ। ਆਪਣੀ ਜਿਹੜੀ ਸਿੱਖ ਜਨਤਾ ਉਹ 'ਚ ਵੈਕਿਊਮ ਬਹੁਤ ਵੱਡਾ ਲੀਡਰਸ਼ਿਪ ਦਾ, ਕਿਉਂਕਿ ਸਾਨੂੰ ਸਮਝ ਨਹੀਂ ਆ ਰਿਹਾ ਕਿਸ ਦੇ ਪਿੱਛੇ ਲੱਗੀਏ, ਕਿਸ ਦੀ ਮੰਨੀਏ, ਕਿਸ ਦੀ ਨਾ ਮੰਨੀਏ। ਔਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਗੁੰਮਰਾਹ ਹੋ ਕੇ ਗੁਰਪਤਵੰਤ ਪੰਨੂ ਵਰਗੇ ਬੰਦਿਆਂ ਨੂੰ ਅਹਿਮੀਅਤ ਵੀ ਦੇ ਰਹੇ ਆ। ਉਹਨਾਂ ਲਈ ਤੁਹਾਡੇ ਲਈ ਕੀ ਮਸ਼ਵਰਾ ਹੈ, ਕੀ ਕਰਨਾ ਚਾਹੀਦਾ? ਇਹ ਤੇ ਆਪਾਂ ਨੂੰ ਵੇਟ ਕਰਨੀ ਚਾਹੀਦੀ ਸਮੇਂ ਦੀ। ਤੋ ਮੈਂ ਇਹਦੇ ਵਿੱਚ ਨਾ ਤੇ ਜਾਣਕਾਰੀ ਲੈਣ ਦਾ ਮੈਂ ਬਹੁਤਾ ਦਿਲਚਸਪੀ ਲਈ ਹੈ, ਨਾ ਮੈਂ ਇਹ 'ਚ ਹਿੱਸਾ ਲੈ ਰਿਹਾ। ਤੋ ਇਹਦੇ ਵਿੱਚ ਮੈਂ ਉਹਨਾਂ ਦਾ ਰਾਹ ਵੀ ਨਹੀਂ ਰੋਕਦਾ ਵੀ ਜੇ ਉਹਨਾਂ ਨੂੰ ਕੋਈ ਲੱਗਦਾ ਕਿ ਬਹੁਤ ਵੱਡੀ ਪ੍ਰਾਪਤੀ ਅਸੀਂ ਕਰ ਰਹੇ ਹਾਂ ਜਾਂ ਸਾਡੇ ਨਾਲ ਹੋ ਜਾਊਗੀ ਤੇ ਉਹ ਸਮਾਂ ਦੱਸੂਗਾ ਆਉਣ ਵਾਲਾ। ਤੋ ਉਹਦੇ ਵਿੱਚ ਮੈਂ ਜਿਹੜਾ ਜੋ ਇੱਥੇ ਪੰਜਾਬ 'ਚ ਦੇਖ ਰਿਹਾ ਉਹਦੇ ਵਿੱਚ ਸਾਡੀ ਕੌਮ 'ਚ ਘੱਟ ਰੌਲਾ, ਏਜੰਸੀਆਂ 'ਚ ਤੇ ਮੀਡੀਆ 'ਚ ਜ਼ਿਆਦਾ ਰੌਲਾ। ਨਹੀਂ, ਉਹ ਮੈਂ ਤੁਹਾਨੂੰ ਦੱਸਿਆ ਕਾਲਸ ਆ ਰਹੀਆਂ ਨੇ, ਲਗਾਤਾਰ ਆ ਰਹੀਆਂ, ਔਰ ਪਿੰਡਾਂ ਦੇ ਲੋਕਾਂ ਨੂੰ ਵੀ ਅਕਸਰ ਕਾਲ ਆਉਂਦੀ। ਚਲੋ ਅਸੀਂ ਗੱਲ ਕਰਦੇ ਹਾਂ ਜੀ, ਬਲੂ ਸਟਾਰ ਆਪਰੇਸ਼ਨ ਦੀ ਹਰ ਸਾਲ ਬਰਸੀ ਹੁੰਦੀ ਹੈ ਔਰ ਉਹ ਇੱਕ ਸਿੰਬੋਲਿਕ ਬਣ ਕੇ ਰਹਿ ਗਈ ਹੈ ਵੀ 6 ਜੂਨ ਨੂੰ ਬਰਸੀ ਮਨਾਉਂਦੇ ਹਾਂ ਅਸੀਂ। ਉੱਥੇ ਗਰਮ ਧੜਾ ਪਹੁੰਚਿਆ ਹੁੰਦਾ ਹੈ, ਆਪਣੇ ਦੂਜੇ ਪਹੁੰਚੇ ਹੁੰਦੇ ਔਰ ਆਪਸ 'ਚ ਲੜਦੇ ਆ, ਔਰ ਉਹ ਫੋਟੋਆਂ ਜਿਹੜੀਆਂ ਦੇਸ਼ ਵਿਦੇਸ਼ 'ਚ ਬੈਠੇ ਬਦਨਾਮੀ ਹੁੰਦੀ ਹੈ। ਉਸ ਬਾਰੇ ਕੀ ਸੋਚਦੇ ਹੋ? ਔਰ ਇਸ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਕਿਹਾ ਹੈ ਕਿ ਜੇ ਖਾਲਿਸਤਾਨ ਮਿਲਦਾ ਤੇ ਅਸੀਂ ਐਕਸੈਪਟ ਕਰ ਲਾਂਗੇ। ਇਸ ਬਾਰੇ ਤੁਹਾਡੀ ਕੀ ਰਾਏ? ਮੈਂ ਨਾ ਇਹੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੈ ਕਿ ਜਦੋਂ ਇੱਕ ਵਿਅਕਤੀ ਆਪਣੀ ਮਰਜ਼ੀ ਨਾਲ ਕੋਈ ਏਜੰਡਾ ਸਾਨੂੰ ਦੇ ਦਿੰਦਾ ਹੈ ਤੇ ਉਹ ਸਾਰੀ ਕੌਮ ਲਈ ਬੜਾ ਨੁਕਸਾਨਦੇਹ ਸਾਬਤ ਹੁੰਦਾ। ਹੁਣ ਇੱਕ ਅਕਾਲ ਤਖਤ ਆ, ਇੱਕ ਅਕਾਲ ਤਖਤ ਦੀ ਉਮਤ ਆ, ਉਸ ਅਕਾਲ ਤਖਤ ਤੋਂ ਇਹ ਕਹੇ ਕਿ ਜੇ ਸਾਨੂੰ ਖਾਲਿਸਤਾਨ ਦੇ ਦਿੰਦੇ ਨੇ ਤੇ ਅਸੀਂ ਲੈ ਲਵਾਂਗੇ, ਪਰ ਜੇ ਨਹੀਂ ਦਿੰਦੇ ਫਿਰ ਤੁਸੀਂ ਕੀ ਕਰ ਰਹੇ ਹੋ, ਕਿ ਤੁਹਾਡਾ ਪ੍ਰੋਗਰਾਮ ਕੀ ਹੈ, ਤੁਹਾਡਾ ਏਜੰਡਾ ਕੀ ਹੈ? ਜੇ ਨਹੀਂ ਦਿੰਦੇ ਫਿਰ ਕੌਮ ਦਾ ਰੁਤਬਾ ਕਿੱਥੇ ਆ ਤੇ ਅਕਾਲ ਤਖਤ ਦਾ ਕਿੱਥੇ ਆ? ਫਿਰ ਤੁਸੀਂ ਕੀ ਕਰਨ ਜਾ ਰਹੇ ਹੋ ਦੱਸੋ। ਉਸ ਤੋਂ ਬਾਅਦ ਸਿੱਖ ਕੌਮ ਆਪਣਾ ਮਨ ਬਣਾਵੇ। ਪਰ ਤੁਸੀਂ ਇੱਕ ਤਮਾਸ਼ਾ ਬਣਾਇਆ ਹੋਇਆ ਕਿ ਇੱਕ ਆਪਣੀ ਸੈਂਟਰ ਸਰਕਾਰ ਨੂੰ ਘੁਰਕੀ ਦਿਖਾਉਣ ਲਈ, ਆਪਣੀ ਪੰਜਾਬ ਦੇ ਚੋਂ ਸੱਤਾ ਹਾਸਲ ਕਰਨ ਲਈ ਸਿੱਖ ਕੌਮ ਨੂੰ ਉਹਨੂੰ ਧਰਮ ਨੂੰ ਦਾਅ ਤੇ ਲਾ ਕੇ ਤੇ ਤੁਸੀਂ ਆਪਣੀ ਖੇਡ ਖੇਡਦੇ ਹੋ। ਗੰਭੀਰਤਾ ਹੈ ਨਹੀਂ ਤੁਹਾਡੇ 'ਚ। ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਇਸ ਸਾਲ ਕੰਪਲੀਟ ਹੋ ਰਿਹਾ ਔਰ ਸ਼ਾਇਦ ਇੰਨਾ ਮਾੜਾ ਅਸ਼ਰ ਇਸ ਪਾਰਟੀ ਦਾ ਕਦੀ ਨਹੀਂ ਸੀ ਹੋਇਆ। ਤੀਜੇ ਨੰਬਰ ਦੀ ਪਾਰਟੀ ਪੰਜਾਬ 'ਚ ਬਣ ਕੇ ਰਹਿ ਗਈ ਔਰ 2022 'ਚ ਉਹਨਾਂ ਨੂੰ ਇੱਕ ਬਹੁਤ ਵੱਡਾ ਚੈਲੰਜ ਮਿਲ ਗਿਆ। ਹੁਣ ਜਿਹੜੇ ਟਕਸਾਲੀ ਜਿਹੜੇ ਉਹਨਾਂ ਦੇ ਅਕਾਲੀ ਦਲ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਉਹ ਬਾਹਰ ਹੋ ਗਏ ਨੇ ਔਰ ਉਹ ਇੱਕ ਨਵੀਂ ਮੂਵਮੈਂਟ ਬਣਾਉਣਾ ਚਾਹੁੰਦੇ ਆ ਪੰਜਾਬ 'ਚੋਂ। ਕਹਿੰਦੇ ਆ ਵੀ ਅਸਲੀ ਅਕਾਲੀ ਦਲ ਜਿਹੜਾ ਅਸੀਂ ਲੈ ਕੇ ਆਵਾਂਗੇ। ਤੁਸੀਂ ਉਸ ਬਾਰੇ ਕੀ ਸੋਚਦੇ ਹੋ ਕਿ ਉਹ ਕਿਸ ਪਾਸੇ ਜਾ ਰਹੇ ਔਰ ਤੁਹਾਡਾ ਸਮਰਥਨ ਉਹਨਾਂ ਲੋਕਾਂ ਲਈ ਕਿੰਨਾ? ਦੇਖੋ, ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ, ਇਹਦਾ ਹਸ਼ਰ ਨਾ ਮਾੜਾ ਹੋਇਆ ਤੇ ਨਾ ਹੋ ਸਕਦਾ। ਇਹ ਹਸ਼ਰ ਮਾੜਾ ਹੋਇਆ ਇੱਕ ਪਰਿਵਾਰ ਦਾ, ਇੱਕ ਫੈਮਿਲੀ ਦਾ, ਇੱਕ ਗਰੁੱਪ ਦਾ, ਇਹ ਜਿਹੜੇ ਕੁੜਮਾਂ ਦਾ, ਸਾਲੇ ਦਾ, ਭਣੋਈਏ ਦਾ, ਘਰਵਾਲੀ ਦਾ, ਪੁੱਤਰ ਦਾ,
ਇਹ ਪੁੱਤਰ ਦੇ ਸਾਲੇ ਦਾ, ਇਹਨਾਂ ਦਾ ਹਸ਼ਰ ਮਾੜਾ ਹੋਇਆ। ਜਿਹੜੀ ਪਾਰਟੀ ਆ ਇਹ ਇੱਕ ਲਹਿਰ ਆ, ਤੇ ਇਹ ਲਹਿਰ ਸਾਡੇ ਬਜ਼ੁਰਗਾਂ ਨੇ ਬਣਾਈ ਆ। ਤੋ ਸਾਡਾ ਇਹ ਦਿਲੀ ਇੱਕ ਦਿਲ ਦੀ ਆਵਾਜ਼ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਹਮੇਸ਼ਾ ਸਲਾਮਤ ਰਹੇ। ਮੈਂ 22-23 ਸਾਲ ਤੋਂ ਬਾਦਲ ਦੀ ਵਿਰੋਧਤਾ ਕਰਦਾ ਆ ਰਿਹਾ, ਤੇ ਮੈਂ ਵਿਰੋਧਤਾ ਦੇ ਕਰਨ ਦੇ ਕਾਰਨ ਮੇਰੇ ਇਹ ਨਹੀਂ ਕਿ ਮੈਨੂੰ ਇਹ ਦਿਓ, ਮੈਨੂੰ ਉਹ ਦਿਓ। ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ, ਪ੍ਰਬੰਧਕ ਕਮੇਟੀ ਤੇ ਅਕਾਲ ਤਖਤ, ਇਹ ਸਾਡੀਆਂ ਸੰਸਥਾਵਾਂ ਨੇ ਸਿੱਖਾਂ ਦੀਆਂ, ਇਹ ਤਕੜੀਆਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਇਹਨਾਂ ਦਾ ਮਿਸਯੂਜ਼ ਕਰਕੇ ਤੁਸੀਂ ਆਪਣੇ ਢਿੱਡ ਪਾਲੋ, ਆਪਣੇ ਪੁੱਤਰ ਪਾਲੋ। ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਵਾਰ ਕੇ ਸਾਡੀ ਕੌਮ ਬਣਾਈ ਸੀ, ਸਾਨੂੰ ਇੱਕ ਪਰਿਵਾਰ ਬਣਾਇਆ ਸੀ। ਅੱਜ ਪਰਿਵਾਰ ਪਾਲਣ ਲਈ ਤੁਸੀਂ ਕੌਮ ਨੂੰ ਕੁਰਬਾਨ ਕਰ ਰਹੇ ਹੋ। ਤੋ ਅੱਜ ਮੈਂ ਮਹਿਸੂਸ ਕਰਦਾ ਕਿ ਜਿੰਨੀ ਦੇਰ ਤੱਕ ਇਹ ਢੀਂਡਸਾ ਸਾਹਿਬ ਵਰਗੇ, ਬ੍ਰਹਮਪੁਰਾ ਸਾਹਿਬ ਵਰਗੇ ਜਿਹੜੇ ਨਿਕਲੇ ਨੇ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਮੈਂ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਕਿਉਂਕਿ ਜਦੋਂ ਤੁਸੀਂ ਅੱਤ ਹੋ ਜਾਂਦੀ ਕਿਸੇ ਚੀਜ਼ ਦੀ, ਉਦੋਂ ਤੁਹਾਨੂੰ ਸਟੈਂਡ ਲੈਣਾ ਪੈਂਦਾ। ਲੇਕਿਨ ਭਾਈ ਸਾਹਿਬ ਅੱਤ ਬੜੀ ਲੇਟ ਨਹੀਂ ਹੋਈ, ਜਦੋਂ ਸਰਕਾਰ ਸੀ 10 ਸਾਲ ਸਰਕਾਰ ਸੀ, ਇਹ ਮਲਾਈ ਖਾਣ ਲਈ ਸਾਰੇ ਲੀਡਰ ਨਾਲ ਸੀ। ਹੁਣ ਜਦੋਂ ਅਕਾਲੀ ਦਲ ਦਾ ਪਤਨ ਹੋਣਾ ਸ਼ੁਰੂ ਹੋਇਆ, ਜਦੋਂ ਮਾੜੇ ਵਕਤ ਤੋਂ ਗੁਜ਼ਰ ਰਿਹਾ, ਇਹ ਸਭ ਛੱਡ ਕੇ ਹੁਣ ਸ਼ਾਇਦ ਬੀਜੇਪੀ ਦੀ ਝੋਲੀ ਜਾਣ ਵਾਲੇ ਜੋ ਅਸਲ ਚ ਜਿਹੜਾ ਸਰਕਾਰ ਜਾਂ ਮਲਾਈ ਜਿਹੜੀ ਆ, ਉਹਦੇ ਬਾਵਜੂਦ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਤੇ ਉਸ ਅਪਮਾਨ ਨੂੰ ਕੱਜਣ ਲਈ ਬਾਦਲ ਨੇ ਜਿਹੜੀ ਜਿੱਦ ਕੀਤੀ ਆ, ਉਹਦੇ ਤੋਂ ਦੁਖੀ ਹੋਏ। ਇਹ ਕੁਦਰਤੀ ਸੁਭਾਵ ਕਿਹਾ, ਕਿਉਂਕਿ ਢੀਂਡਸਾ ਸਾਹਿਬ ਹੋਣ, ਬ੍ਰਹਮਪੁਰਾ ਸਾਹਿਬ ਹੋਣ, ਇਹਨਾਂ ਨੂੰ ਪਤਾ ਹੈ ਕਿ ਅਸੀਂ ਜਿਹੜੀ ਸਿੱਖ ਵੋਟ ਲੈ ਰਹੇ ਹਾਂ, ਕਾਲੀ ਵੋਟ ਲੈ ਰਹੇ ਹਾਂ, ਉਹ ਗੁਰੂ ਦੇ ਨਾਂ ਤੇ ਲੈ ਰਹੇ, ਤੇ ਜੇ ਅਸੀਂ ਗੁਰੂ ਦੇ ਨਹੀਂ ਬਣੇ ਤੇ ਸਾਨੂੰ ਸਿੱਖ ਵੋਟ ਕਿਉਂ ਦੇਣਗੇ? ਤੇ ਜੇ ਉਹ ਜਿਹੜੀ ਮਲਾਈ ਖਾਧੀ ਆ ਜਾਂ ਉਹ ਵੱਖਰੀਆਂ ਗੱਲਾਂ ਨੇ, ਲੇਕਿਨ ਅੱਗੇ ਤੋਂ ਤੇ ਫੀਲਡ ਦੇ ਤੁਸੀਂ ਤਾਂ ਹੀ ਰਹਿ ਸਕਦੇ ਹੋ, ਤੁਹਾਡਾ ਬੇਸ ਹੋਊਗਾ। ਕਿਉਂਕਿ ਡੇਰਾ ਸਿਰਸਾ ਦਾ ਜਿਹੜੇ ਰਾਮ ਰਹੀਮ ਸੀ, ਉਹਨੂੰ ਮਾਫੀ ਦੀ ਗੱਲਾਂ 2-3 ਸਾਲ ਪਹਿਲਾਂ ਹੀ ਹੋ ਗਈਆਂ ਸੀ, ਇਲੈਕਸ਼ਨ ਤੋਂ ਪਹਿਲਾਂ। ਉਦੋਂ ਕਿਉਂ ਨਹੀਂ ਇਹ ਲੀਡਰ ਬੋਲੇ? ਉਹ ਸਮਝ ਤੋਂ ਬਾਹਰ ਹੈ। ਜੇ ਇੰਨੀ ਆਵਾਜ਼ ਰੱਖਦੇ ਸੀਗੇ, ਇਹਨਾਂ ਨੂੰ ਕੁਝ ਕਹਿਣਾ ਚਾਹੀਦਾ ਸੀ ਵੀ ਕਿਵੇਂ ਮਾਫੀ ਦੇ ਸਕਦੇ ਹੋ। ਮੈਂ ਕਹਿੰਦਾ ਦੇਰ ਆਏ ਦਰੁਸਤ ਆਏ। ਸਾਡਾ ਅਕਾਲੀ ਦਲ ਬਚਣਾ ਚਾਹੀਦਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਬਚਣੀ ਚਾਹੀਦੀ ਆ। ਅੱਜ ਸ਼੍ਰੋਮਣੀ ਪ੍ਰਬੰਧਕ ਕਮੇਟੀ ਲਵਾਰਸ ਹੋਈ ਪਈ ਆ। ਅਸੀਂ ਇੱਕ ਬੀੜ ਲਈ ਸਾਰੀ ਕੌਮ ਕੁਰਬਾਨ ਹੋ ਗਈ। ਇੱਥੇ 267 ਬੀੜਾਂ ਜਿਹੜਾ ਉਹਨਾਂ ਦਾ ਰਿਕਾਰਡ ਨਹੀਂ ਮਿਲ ਰਿਹਾ। 80 ਬੀੜਾਂ ਜਿਹੜੀਆਂ ਨਸ਼ਟ ਹੋ ਗਈਆਂ ਪਾਣੀ ਨਾਲ, ਅੱਗ ਨਾਲ, ਉਹ ਚੋਰੀ ਸੰਸਕਾਰੀਆਂ ਪ੍ਰਬੰਧਕ ਕਮੇਟੀ ਨੇ। ਉਹ ਚੋਰੀ ਕਿਹਦੇ ਤੋਂ ਕਿਉਂ ਕੀਤੀ? ਇੱਕ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਹੜੀ ਆਪ ਪਹਿਰੇਦਾਰ ਹੋਣੀ ਚਾਹੀਦੀ ਸੀ ਇਸ ਕੰਮ ਲਈ, ਅੱਜ ਉਹ ਆਪ ਉਹ ਕਚਹਿਰੇ 'ਚ ਖੜੀ ਹੈ। ਐਸਜੀਪੀਸੀ ਦੇ ਇਲੈਕਸ਼ਨਸ ਡਿਊ, ਅਸੀਂ ਦੇਖ ਰਹੇ ਹਾਂ ਬਾਰ-ਬਾਰ ਕਿਸੇ ਨਾ ਕਿਸੇ ਬਹਾਨੇ ਨਾਲ ਉਹਨਾਂ ਨੂੰ ਡਿਲੇ ਕੀਤਾ ਜਾ ਰਿਹਾ। ਕੀ ਵਜ੍ਹਾ ਕੀ ਮੰਨਦੇ ਹੋ ਇਹਦੀ ਵਜ੍ਹਾ? ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸੈਂਟਰ ਸਰਕਾਰ ਜਿਹੜੀ ਆ ਉਹ ਚਾਹੁੰਦੀ ਆ ਕਿ ਉਹਨਾਂ ਦੀ ਮਰਜ਼ੀ ਦਾ ਲੀਡਰ ਹੀ ਇਸ ਪੰਜਾਬ ਦੇ ਵਿੱਚ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਵੇ, ਕਿਉਂਕਿ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਣ ਦਾ ਮਤਲਬ ਅਕਾਲੀ ਦਲ ਤੇ ਕਾਬਜ਼ ਹੋਣਾ। ਤੋ ਇਹ ਜਿਹੜੀ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਸ਼ੈਲਟਰ ਦਿੱਤਾ ਹੈ, ਖਾਸ ਕਰਕੇ ਹਾਈ ਕੋਰਟ ਰੱਦ ਕਰ ਦੇਵੇ ਇਲੈਕਸ਼ਨ, ਉਹਨੂੰ ਸੁਪਰੀਮ ਕੋਰਟ ਸਟੇ ਨਾ ਦੇਵੇ, ਉੱਥੋਂ ਤੁਸੀਂ ਆਪਣੀ ਐਪਲੀਕੇਸ਼ਨ ਵਾਪਸ ਲੈ ਕੇ ਤੇ ਇੱਕ ਹੋਮ ਸੈਕਟਰੀ ਤੋਂ ਆਰਡਰ ਕਰਵਾ ਕੇ ਹਾਊਸ ਬਣਾ ਲਓ, ਤੋ ਹਾਊਸ ਵੀ ਅੱਖਾਂ ਮੀਟ ਕੇ 5 ਸਾਲ ਪੂਰੇ ਕਰ ਜਾਵੇ, ਫਿਰ ਵੀ ਇਲੈਕਸ਼ਨ ਨਾ ਹੋਣ। ਤੋ ਇਹ ਕੌਮ ਦੇ ਨਾਲ, ਸਾਡੀ ਕੌਮ ਦੇ ਨਾਲ ਬਹੁਤ ਵੱਡਾ ਧੋਖਾ ਹੈ ਸੈਂਟਰ ਸਰਕਾਰ ਵੱਲੋਂ। ਬਹੁਤ ਸਾਰੇ ਸਿੱਖ ਜਿਹੜੇ ਆ ਹੁਣ ਉਹ ਵਿਦੇਸ਼ਾਂ ਵੱਲ ਰੁਖ ਕਰ ਗਏ ਆ, ਔਰ ਕਰੀਬ 50 ਲੱਖ ਇਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ। ਉਹਨਾਂ ਨੂੰ ਕੋਈ ਵੋਟਿੰਗ ਰਾਈਟਸ ਹੋ ਸਕਦੀਆਂ? ਨਹੀਂ, ਇਹ ਜਿਹੜਾ ਸਾਡੇ ਪੰਜਾਬ ਤੇ ਖਾਸ ਕਰਕੇ ਹਰਿਆਣਾ ਤੇ ਜਿਹੜਾ ਚੰਡੀਗੜ੍ਹ ਨਾਲ ਸੰਬੰਧਿਤ ਸਿੱਖ ਆ, ਇੱਕ ਸੀਟ ਹਿਮਾਚਲ ਦੀ ਆ, ਉਹਨਾਂ ਨੂੰ ਇਹ ਰਾਈਟ ਆ। ਨਹੀਂ, ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਵੋਟਿੰਗ ਰਾਈਟਸ ਮਿਲਣੇ ਚਾਹੀਦੇ? ਕਿਉਂਕਿ ਉਹ ਵੀ ਰੋਟੀ ਰੋਜ਼ੀ ਦੇ ਚੱਕਰ 'ਚ ਬਾਹਰ ਗਏ ਸੀ, ਲੇਕਿਨ ਉਹ ਪੰਜਾਬ ਨਾਲ ਜੁੜੇ ਹੋਏ। ਮਿਲਣੀ ਚਾਹੀਦੀ ਹੈ, ਲੇਕਿਨ ਸਾਡੀ ਤੇ ਬਹੁਤ ਵੱਡੀ ਸਮੱਸਿਆ ਤੇ ਇੱਥੇ ਬਣੀ ਪਈ, ਜਿਹੜੇ ਇਲੈਕਸ਼ਨ ਹੀ ਨਹੀਂ ਹੋ ਰਹੇ। 17 ਸਾਲ ਇਲੈਕਸ਼ਨ ਨਾ ਹੋਣ, ਇਹ ਕਿੱਡੀ ਮਾੜੀ ਗੱਲ ਹੈ। ਸਾਡੀ ਇਹ ਡਿਮਾਂਡ ਆ ਕਿ ਇਲੈਕਸ਼ਨ ਵਿਧਾਨ ਸਭਾ ਦੀ ਤਰ੍ਹਾਂ, ਲੋਕ ਸਭਾ ਦੀ ਤਰ੍ਹਾਂ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਦੇ। ਤੁਸੀਂ ਬਾਦਲ ਪਰਿਵਾਰ ਦੇ ਉੱਤੇ ਕਾਫੀ ਰਗੜੇ ਲਾਉਂਦੇ ਹੋ, ਮੈਂ ਦੇਖਿਆ ਅਕਸਰ ਤੁਸੀਂ ਉਹਨਾਂ ਖਿਲਾਫ ਬੋਲਦੇ ਹੋ, ਲੇਕਿਨ ਮੇਰੀ ਇੱਕ ਸਮਝ ਤੋਂ ਗੱਲ ਬਾਹਰ ਆ ਕਿ 5 ਵਾਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਐਮ ਬਣੇ ਆ, ਔਰ ਡਿਫਰੈਂਟ ਜਨਰੇਸ਼ਨਸ ਇਹਨਾਂ ਨੂੰ ਚੁਣਿਆ ਹੈ, ਪਰ ਹੋਰ ਵੀ ਕੋਈ ਅਕਾਲੀ ਦਲ ਜਦੋਂ ਬਾਹਰ ਆਉਂਦਾ ਹੈ, ਉਹ ਬਾਦਲ ਪਰਿਵਾਰ ਤੋਂ ਬਿਨਾਂ ਚੱਲ ਨਹੀਂ ਪਾਉਂਦਾ। ਲੋਕਾਂ ਦਾ ਵੀ ਵਿਸ਼ਵਾਸ ਉਹ 'ਚ ਰਹਿੰਦਾ ਹੈ। ਇਹਦੇ ਪਿੱਛੇ ਕੀ ਵਜ੍ਹਾ ਮੰਨਦੇ? ਇੱਕ ਸ਼੍ਰੋਮਣੀ ਅਕਾਲੀ ਦਲ ਜਿਹਦੀ ਮੈਂ ਸ਼ੁਰੂ ਤੋਂ ਤਾਰੀਫ ਕੀਤੀ ਤੁਹਾਡੇ ਕੋਲ, ਉਹ ਵਜ੍ਹਾ ਹੈ ਦੀ, ਜਦੋਂ ਤੁਸੀਂ ਟਿਕਟ ਦਿਓਗੇ ਸ਼੍ਰੋਮਣੀ ਅਕਾਲੀ ਦਲ ਦੀ, ਆਪਣੇ ਪੁੱਤਰ ਨੂੰ ਤਾਂ ਉਹੀ ਜਿੱਤੂਗਾ, ਭਤੀਜੇ ਨੂੰ ਦਿਓਗੇ ਉਹ ਜਿੱਤੂਗਾ, ਜਵਾਈ ਨੂੰ ਦਿਓਗੇ ਉਹ ਜਿੱਤੂਗਾ। ਜਦੋਂ ਜਵਾਈ ਦੀ ਥਾਂ ਤੇ ਬੈਠੇ ਲਾਲਪੁਰਾ ਤੋਂ ਖੋਲੋਗੇ ਤਾਂ ਹਾਰੂਗਾ, ਉੱਬੋ ਕੇ ਤੇ ਲਓਗੇ ਤਾਂ ਹਾਰੂਗਾ, ਉੱਬੋ ਕੇ ਹੋਵੇ
ਮਜੀਠਾ ਪਰਿਵਾਰ ਹੋਵੇ, ਮਹਿੰਦਰ ਸਿੰਘ ਮਜੀਠਾ ਹੋਵੇ, ਲਾਲਪੁਰਾ ਹੋਵੇ, ਸੁਖਜਿੰਦਰ ਸਿੰਘ ਹੋਵੇ, ਇਹਨਾਂ ਨੂੰ ਰਗੜਾ ਲਾਇਆ ਤੇ ਬਾਦਲ ਨੇ ਆਪ ਲਾਇਆ, ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ। ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਸਾਡਾ ਬੇਸ ਆ, ਸਾਡੀ ਕੌਮ ਦੀ ਇੱਕ ਕੌਮੀ ਪਾਰਟੀ ਆ ਤੇ ਉਹਨੂੰ ਮਾਨਤਾ ਮਿਲੀ ਹੋਈ ਹੈ। ਉਸ ਮਾਨਤਾ ਦਾ ਨਜਾਇਜ਼ ਫਾਇਦਾ ਪ੍ਰਕਾਸ਼ ਸਿੰਘ ਬਾਦਲ ਨੇ ਉਠਾਇਆ। ਲੇਕਿਨ ਕਹਿੰਦੇ ਆ ਕਿ ਜਿਹੜੀ ਪਿਛਲੀ ਸਰਕਾਰ ਸੀ, ਬਾਦਲ ਸਰਕਾਰ ਜਿਹੜੀ ਸੀ, ਉਹ 'ਚ ਪੰਜਾਬ 'ਚ ਡਿਵੈਲਪਮੈਂਟ ਬੜੀ ਹੋਈ। ਆਪਾਂ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ, ਤੁਸੀਂ ਉੱਥੇ ਜਥੇਦਾਰ ਰਹੇ ਹੋ ਕਈ ਸਾਲ, ਉਹਦਾ ਬਾਹਰ ਚੁਗਿਰਦਾ ਦੇਖਿਆ ਜਾਵੇ ਜਾਂ ਉਹਨਾਂ ਨੇ ਜਿਹੜਾ ਹੈਰੀਟੇਜ ਵਾਕ ਬਣਾਈ ਹੈ, ਉਹ ਇੱਕ ਚੰਗੇ ਸਟੈਪ ਵੀ ਕਹਿ ਸਕਦੇ ਬੜੇ। ਤੁਸੀਂ ਮਾੜੇ ਕੰਮ ਗਿਣਾਤੇ, ਲੇਕਿਨ ਐਕਨੋਲਜ ਕਰਦੇ ਹੋ ਕਿ ਪੰਜਾਬ 'ਚ ਡਿਵੈਲਪਮੈਂਟ ਬੜੀ ਲਿਆਂਦੀ ਔਰ ਖਾਸ ਤੌਰ ਤੇ ਜਿਹੜੀ ਹੈਰੀਟੇਜ ਵਾਕ ਬਣਾਈ ਹੈ। ਦੇਖੋ ਜੀ, ਹੈਰੀਟੇਜ ਵਾਕ ਜਿਹੜੀ ਬਣਾਈ ਆ, ਉੱਥੇ ਗੱਡੀ ਜਾਣ ਵਾਲੀ ਬੰਦ ਕੀਤੀ ਆ, ਉੱਥੇ ਕੁੜੀਆਂ ਦੇ ਨੱਚਣ ਵਾਲੀਆਂ ਦੇ ਬੁੱਤ ਲਾਤੇ ਆ, ਉਹ ਹਟਾ ਦਿੱਤੇ ਗਏ ਨੇ। ਚਲੋ ਇਹ ਸਰਕਾਰ ਨੇ ਮਿਟਾਤੇ। ਇਸ ਤੋਂ ਇਲਾਵਾ ਉੱਥੇ ਕੀ ਉਹ ਚੇਂਜ ਲਿਆਂਦਾ ਉਹਨਾਂ ਨੇ, ਸਾਨੂੰ ਦੱਸਣ। ਲੇਕਿਨ এনवायरमेंटलिस्ट ਕਹਿੰਦੇ ਸੀ ਕਿ ਜੇ ਗੱਡੀਆਂ ਦਰਬਾਰ ਸਾਹਿਬ ਦੇ ਲਾਗੇ ਜਾਂਦੀਆਂ ਨੇ ਤੇ ਉਹ ਜਿਹੜਾ ਆਪਣਾ ਉਹ ਪਾਰਕ ਬਣਾਈ ਮਨਮੋਹਨ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਇਹਨਾਂ ਨੂੰ ਕੀ ਕੀਤਾ? ਜਿਹੜੀ ਕਾਰ ਪਾਰਕਿੰਗ ਬਣੀ ਆ, ਇਹਦਾ ਟੋਟਲੀ ਦਾ ਪਲਾਨ, ਇਹਦੀ ਹੋਂਦ ਕਾਂਗਰਸ ਦੇ ਰਾਜ ਚ ਆਈ ਆ, ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਹੈ। ਤੋ ਉਹ ਵੀ ਅਜੇ ਪ੍ਰੋਜੈਕਟ ਪੂਰਾ ਨਹੀਂ ਹੋਇਆ ਕਿਉਂਕਿ ਉਹਦੀ ਸਰਕਾਰ ਚਲੇ ਗਈ ਸੀ। ਤੋ ਉਹਦਾ ਸਿਹਰਾ ਜਿਹੜਾ ਉਹਦਾ ਸਾਰਾ ਦਾਰੋ ਮਦਾਰ ਜਿਹੜਾ ਇਹਦੇ ਤੇ ਸੀਗਾ। ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਦਿਲੀ ਇੱਛਾ ਸੀ ਵੀ ਉੱਥੇ ਪਾਰਕਿੰਗ ਹੈ ਨਹੀਂ, ਖੜੀ ਕਰਨ ਨੂੰ ਜਗ੍ਹਾ। ਇਹ ਬਾਦਲ ਦੇ ਰਾਜ 'ਚ ਤੇ ਬਣੀ ਨਹੀਂ। ਅੱਛਾ, ਤੁਹਾਡੀ ਕੈਪਟਨ ਸਾਹਿਬ ਨਾਲ ਕਦੀ ਮੁਲਾਕਾਤ ਹੋਈ ਹੈ ਹਾਲ ਫਿਲਹਾਲ ਜਾਂ? ਨਹੀਂ, ਕਦੀ ਨਹੀਂ। ਕਦੀ ਕੋਈ ਸਲਾਹ ਮਸ਼ਵਰਾ ਮੰਗਿਆ ਉਹਨਾਂ ਨੇ? ਨਹੀਂ, ਮੈਂ ਜਦੋਂ ਦੇ ਸੀਐਮ ਬਣੇ ਸਾਡੀ ਕਦੀ ਗੱਲ ਨਹੀਂ ਹੋਈ, ਕਦੀ ਅਸੀਂ ਮਿਲੇ ਨਹੀਂ ਇੱਕ ਦੂਸਰੇ। ਇਹ ਸਵਾਲ ਮੇਰਾ ਇਸ ਲਈ ਕਿ ਤੁਸੀਂ ਕੈਪਟਨ ਸਾਹਿਬ ਨੂੰ ਪ੍ਰੇਜ਼ ਕਰ ਰਹੇ ਹੋ। ਨਹੀਂ, ਮੈਂ ਕਿਸੇ ਵੀ ਦੇਖੋ, ਮੇਰੇ ਲਈ ਸਾਰੇ ਸਿੱਖ ਇੱਜ਼ਤਦਾਰ ਨੇ, ਸਨਮਾਨਯੋਗ ਨੇ। ਜਿਹੜਾ ਗੁਰੂ ਘਰ ਲਈ ਕੁਝ ਕਰੂਗਾ ਜਾਂ ਕੌਮ ਦਾ ਦਰਦ ਰੱਖੂਗਾ, ਮੇਰੇ ਲਈ ਉਹ ਅਹਿਮੀਅਤ ਰੱਖਦਾ ਤੇ ਮੈਂ ਚਾਹਾਂਗਾ ਕਿ ਉਹਦਾ ਫਾਇਦਾ ਉਹਨੂੰ ਮਿਲੇ। ਲੇਕਿਨ ਜੇ ਕੈਪਟਨ ਸਾਹਿਬ ਬਰਗਾੜੀ ਦੇ ਕਾਂਡ 'ਚ ਉਹਨੂੰ ਸਜ਼ਾ ਨਹੀਂ ਦਿੰਦੇ ਤੇ ਅਸੀਂ ਇਹਨਾਂ ਦੀ ਵੀ ਨਿੰਦਾ ਕਰਾਂਗੇ। ਸ਼੍ਰੀ ਅਕਾਲ ਤਖਤ ਸਾਹਿਬ ਇੱਕ ਇੰਸਟੀਟਿਊਸ਼ਨ ਹੈ, ਤੁਸੀਂ ਵੀ ਉਹਨੂੰ ਹੈਡ ਕੀਤਾ ਇੰਸਟੀਟਿਊਸ਼ਨ ਨੂੰ, ਔਰ ਅੱਜ ਜਦੋਂ ਗੱਲ ਕਰਦੇ ਆ ਬਹੁਤ ਸਾਰੇ ਜਿਹੜੇ ਗੁਰੂ ਬਣ ਗਏ ਜਾਂ ਲੀਡਰ ਬਣ ਗਏ ਆ, ਉਹ ਉੱਥੇ ਇਨਫਲੂਐਂਸ ਕਰਦੇ ਆ ਡਿਸੀਜਨ ਨੂੰ। ਆਪਾਂ ਗੱਲ ਕਰਦੇ ਆ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਕਹਿੰਦੇ ਮੈਨੂੰ ਵਿਸ਼ਵਾਸ ਹੀ ਨਹੀਂ, ਮੈਂ ਜਾਵਾਂਗਾ ਮੇਰੇ ਨਾਲ ਕੁਛ ਉੱਥੋਂ ਇਨਸਾਫ ਨਹੀਂ ਮਿਲੇਗਾ। ਇਸ ਚੀਜ਼ ਨੂੰ ਕਿਵੇਂ ਦੇਖਦੇ? ਇਹ ਬਿਲਕੁਲ ਠੀਕ ਹੈ, ਉਹਦਾ ਸ਼ੱਕ ਉਹਦੇ ਕੁਦਰਤੀ ਦਿਸਦਾ ਹੀ ਆ, ਕਿਉਂਕਿ ਪਹਿਲੀ ਗੱਲ ਤੇ ਕਿ ਉਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਗਈ ਉਹਨੂੰ ਕਈ ਸਾਲ ਹੋ ਗਏ ਤੇ ਉਹਦਾ ਕੋਈ ਨਿਰਣਾ ਨਹੀਂ ਹੋ ਰਿਹਾ। ਇੱਕ ਧਾਰਮਿਕ ਮਾਮਲਾ ਹੈ, ਧਾਰਮਿਕ ਮਾਮਲੇ ਦੇ ਉੱਤੇ ਵੀ ਤੁਸੀਂ ਇੱਕ ਕਮੇਟੀ ਬਣਾ ਦਿਓ ਵੀ ਇਹ ਚੰਦਰਮਾ ਦਾ ਸਰਵੇ ਥੋੜਾ ਕਰਨਾ ਜਿਹੜਾ ਤੁਸੀਂ ਕਮੇਟੀ ਬਣਾ ਰਹੇ ਹੋ, ਜਿਹਦਾ ਤੁਹਾਨੂੰ ਆਈਡੀਆ ਨਹੀਂ। ਜੇ ਧਾਰਮਿਕ ਮਸਲਾ ਤੁਸੀਂ ਹੱਲ ਨਹੀਂ ਕਰ ਸਕਦੇ 5 ਸਿੰਘ ਬੈਠ ਕੇ, ਤੇ ਫਿਰ ਤੁਸੀਂ ਕਰੋਗੇ ਕੀ? ਤੇ ਫਿਰ ਉਹ ਇੰਨੀ ਡਲੇ। ਤੋ ਇਹ ਕੁਦਰਤੀ ਹੈ ਕਿ ਇਹ ਅਕਾਲ ਤਖਤ ਨੂੰ ਵਿਰੋਧੀਆਂ ਨੂੰ ਡਰਾਉਣ ਲਈ ਵਰਤਿਆ ਗਿਆ ਤੇ ਆਪਣਿਆਂ ਨੂੰ ਫਖਰੇ ਕੌਮ ਦੇ ਖਿਤਾਬ ਦੇਣ ਲਈ ਯੂਜ਼ ਕੀਤਾ ਗਿਆ। ਪੰਜਾਬ ਕਿੱਧਰ ਜਾਂਦਾ ਦੇਖ ਰਹੇ ਹੋ? ਅਸੀਂ ਦੇਖਦੇ ਹਾਂ ਕਿ ਹਰ ਬੱਚਾ ਜਿਹੜਾ +2 ਕਰਦਾ ਉਹਦਾ ਸੁਪਨਾ ਹੁੰਦਾ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਚਲੇ ਜਾਵਾਂ। ਕੀ ਸਿਸਟਮ ਦਾ ਫੇਲੀਅਰ ਮੰਨ ਰਹੇ ਹੋ ਕਿ ਪੰਜਾਬ ਜਿਹਨੂੰ ਕਹਿੰਦੇ ਸੀ ਫੁੱਟਬਾਲ ਪੂਰੇ ਦੇਸ਼ ਦੀ, ਔਰ ਅੱਜ ਹਰ ਜਿਹੜਾ ਨੌਜਵਾਨ ਪੰਜਾਬੀ ਹੈ ਉਹ ਬਾਹਰ ਜਾਣਾ ਚਾਹ ਰਿਹਾ? ਖਾਸ ਕਰਕੇ ਜਿਨ੍ਹਾਂ ਦੀ 10 ਜਾਂ 12 ਕਿੱਲੇ ਜ਼ਮੀਨ ਆ, ਉਹ ਆਪਣੇ ਟਰੈਕਟਰ ਤੇ ਬੈਠ ਕੇ ਪੈੜੀ ਨਹੀਂ ਵਾਹੁਣ ਨੂੰ ਤਿਆਰ, ਬਾਹਰ ਜਾ ਕੇ ਮਜ਼ਦੂਰੀ ਕਰਦਾ। ਇਸ ਕਰਦਾ ਮੈਨੂੰ ਬਾਹਰੋਂ ਪੈਸੇ ਮਿਲਦੇ, ਮਿਹਨਤ ਮਿਲਦੀ ਆ। ਇੱਥੇ ਸਾਡੀ ਕੀਤੀ ਕਤਰੀ ਖੂਹ 'ਚ ਪੈ ਜਾਂਦੀ, ਉਲਟੇ ਕਰਜ਼ਾਈ ਹੋ ਜਾਂਦੇ। ਤੋ ਸਾਡੀ ਪੰਜਾਬ ਦੀ ਸਟੇਟ ਦੇ ਵਿੱਚ ਅੱਜ ਨੌਕਰੀਆਂ ਹੈ ਨਹੀਂ, ਅੱਜ ਕੋਈ ਬਿਜ਼ਨਸ ਲਈ ਕੋਈ ਹੈ ਨਹੀਂ ਗੇ, ਮੌਕੇ ਹੈ ਨਹੀਂ ਗੇ। ਤੋ ਇਹ ਜਿਹੜੇ ਬੱਚੇ ਨੇ ਇਹ ਚਾਹੁੰਦੇ ਆ ਕਿਤੇ ਇੱਕ ਸਮਾਂ ਸੀ ਜਦੋਂ ਕੋਈ ਇੱਕ ਬੱਚਾ ਬਾਹਰ ਜਾਂਦਾ ਸੀ ਤੇ ਉਹਦੀ ਕਮਾਈ ਨਾਲ ਇੱਥੇ ਜ਼ਮੀਨ ਹੋਰ ਬਣਦੀ ਸੀ। ਤੋ ਅੱਜ ਜ਼ਮੀਨ ਵੇਚ ਕੇ ਬੱਚਾ ਬਾਹਰ ਜਾ ਰਿਹਾ। ਕੱਲਾ ਬੱਚਾ ਨਹੀਂ ਬਾਹਰ, ਵਾਪਸ ਵੀ ਆਣਾ ਨਹੀਂ ਚਾਹ ਰਹੇ ਹੋ। ਹਾਂ, ਕੱਲਾ ਬੱਚਾ ਨਹੀਂ ਬਾਹਰ ਜਾ ਰਿਹਾ, ਬੱਚੇ ਦੇ ਨਾਲ ਉਹਦੀ ਵਾਈਫ ਜਾ ਰਹੀ ਆ, ਵਾਈਫ ਦੇ ਮਾਪਿਓ ਤੇ ਆਪਣੇ ਮਾਪਿਓ ਵੀ ਜਾ ਰਹੇ ਨੇ, ਜ਼ਮੀਨ ਵੀ ਵੇਚ ਕੇ ਜਾ ਰਹੀ ਹੈ। ਇਹ ਸਾਡੇ ਲਈ ਬੜਾ ਵੱਡਾ ਘਾਟਾ, ਇਹ ਨਹੀਂ ਹੋਣਾ ਚਾਹੀਦਾ। 2022 ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿੱਧਰ ਨੂੰ ਜਾਏਗਾ ਪੰਜਾਬ? ਕਿਉਂਕਿ ਇਸ ਵੇਲੇ ਜਿਹੜੀਆਂ ਮੇਨ ਪਾਰਟੀਆਂ ਹੈ ਉਹਨਾਂ ਤੋਂ ਲੋਕ ਜਿਹੜੇ ਆ ਉਹ ਬਿਲਕੁਲ ਲੱਕ ਗਏ ਨੇ, ਕਿਉਂਕਿ ਬੜੇ ਵੱਡੇ ਵਾਅਦੇ ਕੀਤੇ ਜਾਂਦੇ ਆ, ਉਹ ਵਫਾ ਨਹੀਂ ਹੁੰਦੇ, ਔਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਕਿਸਾਨ ਜਿਹੜਾ ਉਹ ਕਰਜ਼ੇ ਦੀ ਮਾਰ ਹੇਠ ਜਾ ਰਿਹਾ। ਤੁਹਾਨੂੰ ਕੀ ਲੱਗਦਾ 2022 ਵਿੱਚ ਕਿੱਧਰ ਨੂੰ ਪੰਜਾਬ ਜਾਏਗਾ ਔਰ ਕੋਈ ਨਵੇਂ ਸਮੀਕਰਨ ਬਣ ਕੇ ਆਣਗੇ? ਦੇਖੋ, ਇਹ ਹਾਲਾਤ ਜਿਹੜੇ ਆ ਸਰਕਮਸਟੈਂਸਲ ਬਣਦੇ ਆ। ਕੁਦਰਤੀ ਪਰਮਾਤਮਾ ਵੀ ਇੱਕ ਬੈਲੈਂਸ ਬਣਾਉਂਦਾ ਹੁੰਦਾ ਹੈ। ਇੱਕ ਸਟੇਟ ਜਿਹੜੀ ਆ ਉਹ
ਲਵਾਰਸ ਨਹੀਂ ਹੋ ਸਕਦੀ। ਅੱਜ ਨਹੀਂ ਤੇ ਕੱਲ ਉਹਦਾ ਕਿਤੇ ਨਾ ਕਿਤੇ ਕੁਝ ਨਿਕਲਦਾ ਆ। ਲੇਕਿਨ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਵੀ ਜੋ ਕੁਝ ਅਸੀਂ ਅੱਜ ਦੇਖ ਰਹੇ ਹਾਂ ਉਹ 'ਚੋਂ ਕੁਝ ਸੰਤੁਸ਼ਟ ਨਹੀਂ ਗਏ ਲੋਕ। ਤੇ ਕੋਈ ਵੀ ਚੰਗੀ ਪਾਰਟੀ, ਕੋਈ ਵੀ ਚੰਗੇ ਲੋਕ ਇਕੱਠੇ ਹੋ ਕੇ ਕੁਝ ਕਰਦੇ ਆ ਤੇ ਉਹਦਾ ਚੰਗਾ ਨਤੀਜਾ ਇਮੀਡੀਏਟਲੀ ਪੰਜਾਬ 'ਚੋਂ ਮਿਲ ਸਕਦਾ। ਇਹ ਪਹਿਲਾਂ ਵੀ ਮਿਲਿਆ ਆਮ ਆਦਮੀ ਪਾਰਟੀ ਨੂੰ। ਜਦੋਂ ਕੋਈ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਇਹ ਸੀਟ ਨਹੀਂ ਸੀ ਮਿਲੀ ਤੇ ਉਦੋਂ 4 ਸੀਟਾਂ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸੀ, ਜਿਹਦੇ ਲੀਡਰ ਨੂੰ ਕਦੀ ਦੇਖਿਆ ਤੱਕ ਨਹੀਂ ਸੀ। ਤੁਹਾਡਾ ਸਾਥ ਜਿਹੜਾ ਨਵਾਂ ਅਕਾਲੀ ਦਲ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹਨੂੰ ਕਹਿ ਰਹੇ ਅਸਲੀ ਅਕਾਲੀ ਦਲ ਬਣੇਗਾ, ਤੁਹਾਡੀ ਸਪੋਰਟ ਜਾਂ ਤੁਹਾਡੀ ਰਹਿਨੁਮਾਈ ਮਿਲੇਗੀ? ਦੇਖੋ ਇਹਨਾਂ ਨੇ ਅਕਾਲੀ ਦਲ ਦੇ ਕਨਸੈਪਟ ਨੂੰ ਲੈ ਕੇ ਤੇ ਆਪਣਾ ਆਪਾ ਤਿਆਗਿਆ ਤੇ ਤੁਰੇ ਮੈਦਾਨ 'ਚ, ਤੇ ਇਹ ਸਾਡੇ ਨੇ, ਅਸੀਂ ਇਹਨਾਂ ਦੇ ਆ, ਤੇ ਕੋਈ ਰੌਲਾ ਹੀ ਨਹੀਂ। ਮੇਰੀ ਨਿੱਜੀ ਕਿਸੇ ਨਾਲ ਦੁਸ਼ਮਣੀ ਨਹੀਂ। ਮੈਂ ਚਾਹੁੰਦਾ ਅਕਾਲੀ ਦਲ ਆਪਣੇ ਸਿਖਰਾਂ ਤੇ ਹੋਵੇ, ਉਹਦਾ ਬੋਲਬਾਲਾ ਹੋਵੇ, ਉਹ ਆਪਣੇ ਪੰਜਾਬ ਲਈ, ਕੌਮ ਲਈ, ਧਰਮ ਲਈ ਆਪਣੀ ਆਵਾਜ਼ ਉਠਾਉਣ ਤੇ ਇੱਕ ਮਜਬੂਰੀ ਬਣੇ ਸੈਂਟਰ ਸਰਕਾਰ ਦੀ ਕਿ ਸਾਡੇ ਜਿਹੜੇ ਰਹਿੰਦੇ ਮਸਲੇ ਨੇ ਉਹ ਹੱਲ ਹੋਣ। ਤੁਸੀਂ ਭਾਈ ਸਾਹਿਬ ਸਿੱਖ ਕੌਮ ਦੀ ਰਹਿਨੁਮਾਈ ਕੀਤੀ ਹੈ, ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋ, ਔਰ ਇਸ ਵੇਲੇ ਖਾਸ ਕਰਕੇ ਨੌਜਵਾਨਾਂ 'ਚ ਬੜੀ ਕਨਫਿਊਜ਼ਨ ਹੈ ਕਿ ਜਿਹੜਾ ਸਿੱਖਸ ਫॉर ਜਸਟਿਸ ਹੈ ਇਹ ਕੀ ਕਰਨ ਆ ਰਿਹਾ ਹੈ। ਉਹਨਾਂ ਲਈ ਕੋਈ ਆਖਰੀ ਮੈਸੇਜ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਬੱਚੇ ਜਿਹੜੇ ਬੜੀ ਜਲਦੀ ਗੁੰਮਰਾਹ ਹੁੰਦੇ ਆ? ਨੌਜਵਾਨਾਂ 'ਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਫੀਲਡ ਦੇ ਵਿੱਚ ਰੋਜ਼ ਵਿਚਰਦਾ, ਮੈਨੂੰ ਨੌਜਵਾਨ ਮਿਲਦੇ ਨੇ। ਨੌਜਵਾਨਾਂ ਨੇ ਨੁਕਸਾਨ ਵੀ ਬੜਾ ਉਠਾਇਆ। ਅੱਜ ਵੀ ਇੱਕ ਉੱਤਰ ਪ੍ਰਦੇਸ਼ ਤੋਂ ਇੱਕ ਸਿੱਖ ਨੂੰ ਚੁੱਕ ਲਿਆ ਕੁਝ ਦਿਨ ਪਹਿਲਾਂ, ਮੋਹਾਲੀ ਦੀ ਪੁਲਿਸ ਸੀ, ਉਹਦੇ ਮਾਪੇ ਪਿੱਛੇ ਰੋਂਦੇ ਆਏ, ਕੋਈ ਉਹਨਾਂ ਦੇ ਪਿੱਛੇ ਹੋਰ ਨਹੀਂ ਆਇਆ। ਉਹ ਜਿਵੇਂ ਕਿਵੇਂ ਇੱਥੇ ਪੈਰਵਾਈ ਕਰਦੇ ਆਏ ਤਾਂ ਕੁਝ ਸਾਡੇ ਸਿੰਘਾਂ ਨੇ ਰੌਲਾ ਪਾ ਕੇ ਟਾਈਮ ਟੂ ਕੱਢ ਕੇ ਤੇ ਉਹਨਾਂ ਦੇ ਨਾਲ ਭੱਜ ਨੱਠ ਕੀਤੀ, ਪੁਲਿਸ ਦੇ ਕੋਲ ਪਹੁੰਚ ਕੀਤੀ ਤੇ ਪਤਾ ਲੱਗਾ ਕਿ ਉਹ ਲੁਧਿਆਣੇ ਦੀ ਜੇਲ੍ਹ 'ਚ ਬੰਦ ਹੈ। ਤੇ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਪੁਲਿਸ ਦਾ ਜਦੋਂ ਮਾਰ ਪੈਂਦੀ ਆ ਤੇ ਨੌਜਵਾਨਾਂ ਤੇ ਪੈਂਦੀ ਆ। ਨੌਜਵਾਨ ਐਡੇ ਅੱਜ ਕੱਚੇ ਨਹੀਂ ਹੈਗੇ ਕਿ ਜਿੱਧਰ ਨੂੰ ਕੋਈ ਕਹੂਗਾ ਉਧਰ ਨੂੰ ਤੁਰ ਪੈਣਗੇ। ਬੜਾ ਸੋਚ ਸਮਝ ਕੇ ਨੌਜਵਾਨ ਜਿਹੜਾ ਆਪਣੇ ਉਹਨੂੰ ਗੁੱਸਾ ਆ, ਉਹਦੇ ਅੰਦਰ ਇੱਕ ਭਾਵਨਾ ਇਹੋ ਜਿਹੀ ਬਣੀ ਹੋਈ ਆ ਵੀ ਸਾਨੂੰ ਜਸਟਿਸ ਨਹੀਂ ਮਿਲਦਾ, ਸਾਡੇ ਤੇ ਸ਼ੱਕ ਕੀਤਾ ਜਾਂਦਾ। ਅਸੀਂ ਬਾਰਡਰ ਤੇ ਗੋਲੀਆਂ ਵੀ ਖਾਂਦੇ ਆ, ਪਰ ਜਦੋਂ ਅਸੀਂ ਰਾਹ ਮੰਗਦੇ ਹਾਂ ਕਰਤਾਰਪੁਰ ਦਾ, ਉਦੋਂ ਸਾਡੇ ਤੇ ਸ਼ੱਕ ਕੀਤਾ ਜਾਂਦਾ। ਤੋ ਇਹ ਭਾਵਨਾ ਜਿਹੜੀ ਬਣੀ ਹੋਈ ਆ, ਪਰ ਉਹਦੇ ਬਾਵਜੂਦ ਸਿੱਖ ਐਡਾ ਕਮਲਾ ਨਹੀਂ ਵੀ ਜਿੱਧਰ ਕੋਈ ਲਾਊਗਾ ਉਧਰ ਤੁਰਿਆ ਫਿਰੇ। ਤੇ ਤੁਸੀਂ ਕਰਤਾਰਪੁਰ ਸਾਹਿਬ ਦੀ ਗੱਲ ਹੀ ਕਰ ਲਈ, ਔਰ ਕੋਰੀਡੋਰ ਜਿਹੜਾ ਪਾਕਿਸਤਾਨ ਨੇ ਖੋਲ੍ਹਤਾ ਹੈ, ਲੇਕਿਨ ਆਪਣੀ ਸਰਕਾਰ ਜਿਹੜੀ ਆ ਉਹ ਕਹਿ ਰਹੀ ਵੀ ਅਸੀਂ ਖੋਲ੍ਹਣ ਨੂੰ ਤਿਆਰ ਨਹੀਂ ਹੈ, ਕਿਉਂਕਿ ਕਰੋਨਾ ਕਰਕੇ ਬੜਾ ਵੱਡਾ ਸੰਕਟ ਹੈ, ਪਾਕਿਸਤਾਨ 'ਚ ਇਨਫੈਕਸ਼ਨਸ ਬਹੁਤ ਜ਼ਿਆਦਾ ਵੱਧ ਰਹੀਆਂ। ਤੁਹਾਨੂੰ ਕੀ ਲੱਗਦਾ ਕਿ ਥੋੜਾ ਵੇਟ ਕਰਨਾ ਚਾਹੀਦਾ? ਨਹੀਂ, ਕਰੋਨਾ ਇੱਕ ਆਪਣੀ, ਉਹ ਤੇ ਹਰ ਇੱਕ ਦੇਸ਼ ਨੇ ਅੱਜ ਬੰਦ ਕੀਤਾ ਹੋਇਆ ਆਪਣਾ ਬਾਰਡਰ। ਇਹ ਕਰੋਨਾ ਕਰਕੇ ਨਹੀਂ, ਕਰੋਨਾ ਤੋਂ ਪਹਿਲਾਂ ਦਾ ਇਹ ਪ੍ਰਪੋਜ਼ਲ ਆ। ਇਹ ਮੁਸ਼ਰਫ ਸਾਹਿਬ ਨੇ ਵਾਜਪਾਈ ਸਾਹਿਬ ਨੂੰ ਦਿੱਤੀ ਸੀ। ਉਹਨਾਂ ਤੇ ਇੱਥੋਂ ਤੱਕ ਕਿਹਾ ਸੀ ਅਸੀਂ ਕਾਰੀਡੋਰ ਰਸਤਾ ਦੇ ਦਿੰਦੇ ਤੇ ਅਸੀਂ ਉਹਦੇ ਚਾਰਜ ਫੇਰੇ ਆਪਣੀ ਤਾਰਬੰਦੀ ਕਰ ਦਿੰਦੇ, ਤੁਸੀਂ ਆਪਣੀ ਸੇਵਾ ਆਪ ਸੰਭਾਲੋ। ਪਰ ਤੁਸੀਂ ਇਹ ਬਜਾਏ ਕਰਨ ਦੇ ਕਿ ਤੁਸੀਂ ਹੋਰ ਨੁੱਕਰ ਉਹਨਾਂ ਨੂੰ ਦੇ ਦਿਓ ਤੇ ਇਹ ਲੈ ਲਓ, ਤੇ ਤੁਸੀਂ ਸਾਡੇ ਲਈ ਪ੍ਰੋਬਲਮ ਕ੍ਰੀਏਟ ਕੀਤੀਆਂ ਨੇ। ਸਾਡੇ ਲਈ ਉਹ ਮੱਕਾ ਹੈ, ਅਸੀਂ ਉਹਨੂੰ ਦਰਸ਼ਨ ਕਰਕੇ ਅਸੀਂ ਆਪਣਾ ਜੀਵਨ ਸਫਲ ਸਮਝਦੇ ਹੋ ਜਾਂਦਾ। ਤੇ ਇਹਦੇ ਤੇ ਤੁਹਾਨੂੰ ਜਾਂ ਸੈਂਟਰ ਸਰਕਾਰ ਨੂੰ ਜਾਂ ਉਹਦੀਆਂ ਏਜੰਸੀਆਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਇਹ ਸਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ। ਉਹਨਾਂ ਨੇ ਬੜੀ ਬੇਬਾਕੀ ਨਾਲ ਪੰਜਾਬ ਦੇ ਹਾਲਾਤ ਬਾਰੇ ਦੱਸਿਆ ਕਿ ਕਿਵੇਂ ਪੰਜਾਬ ਕਿਸ ਮੁਸ਼ਕਿਲ ਦੇ ਦੌਰ 'ਚੋਂ ਨਿਕਲ ਰਿਹਾ, ਔਰ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਨਵੀਂ ਆਏਗੀ ਤੇ ਸ਼ਾਇਦ ਪੰਜਾਬ ਦਾ ਭਲਾ ਹੋਏਗਾ। ਜਿਹੜੇ ਨਿਸਵਾਰਥ ਹੋਣਗੇ, ਉਹ ਜਿਹੜੇ ਸਿਰਫ ਪੰਜਾਬ ਬਾਰੇ ਸੋਚਣਗੇ, ਆਪਣੇ ਘਰਾਂ ਬਾਰੇ ਨਹੀਂ ਸੋਚਣਗੇ। ਕੈਮਰਾਮੈਨ ਅਸ਼ਵਨੀ ਔਰ ਖੁਰਸ਼ੀਦ ਅਹਿਮਦ ਦੇ ਨਾਲ ਜਗਦੀਪ ਸੰਧੂ, ਜ਼ੀ ਮੀਡੀਆ।